वेलकम टू ऑल ऑफ यू। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਈਐਲਟਸ ਰਾਈਟਿੰਗ ਟਾਸਕ 1 ਦੀ। ਤਾਂ ਆਪਣੇ ਕੋਲੇ ਜਿਹੜਾ ਅੱਜ ਹੈਗਾ ਵਾ ਉਹ ਪ੍ਰੋਸੈਸ ਚਾਰਟ ਹੈਗਾ ਗਾ। ਤਾਂ ਇਹਦੇ ਵਿੱਚ ਆਪਾਂ ਨੂੰ ਜਿਹੜੇ ਸਟੈਪਸ ਦੇ ਦਿੱਤੇ ਗਏ ਹੁੰਦੇ ਆ ਕਿਸੇ ਵੀ ਪ੍ਰੋਸੈਸ ਦੇ, ਠੀਕ ਆ, ਤਾਂ ਉਹਨੂੰ ਆਪਾਂ ਜਿਹੜਾ ਐਲੈਬੋਰੇਟ ਕਰਨਾ ਹੁੰਦਾ ਵਾ। ਤਾਂ ਹਰ ਇੱਕ ਆਪਾਂ ਕੋਸ਼ਿਸ਼ ਕਰਾਂਗੇ ਜੇ ਵੀ ਸਟੈਪ ਆਪਾਂ ਕਰਨਾ ਹੈਗਾ ਤਾਂ ਡਿਫਰੈਂਟ ਵੋਕੈਬ ਯੂਜ਼ ਕਰੀਏ, ਠੀਕ ਆ। ਤਾਂ ਇਹਦੇ ਵਿੱਚ ਜਿਹੜੀ ਸੈਂਟੈਂਸ ਵੇਰੀਏਸ਼ਨ ਦੀ ਤਾਂ ਨਹੀਂ ਇੰਨੀ ਕੋਈ ਗੱਲ ਹੁੰਦੀ ਹੈਗੀ ਗੀ। ਇਹਦੇ ਵਿੱਚ ਆਪਾਂ ਜਸਟ ਇਹ ਕਰਨਾ ਹੁੰਦਾ ਗਾ ਕਿ ਜਿਹੜੀ ਵੋਕੈਬ ਆਪਾਂ ਨੂੰ ਉਹਨਾਂ ਨੇ ਦਿੱਤੀ ਹੁੰਦੀ ਹੈ ਲਾਈਨ ਫੋਰਮ ਕਰਨ ਲਈ ਜਾਂ ਸਟੈਪ ਦੱਸਣ ਲਈ, ਹੈ ਨਾ, ਤਾਂ ਆਪਾਂ ਥੋੜ੍ਹੇ ਚੇਂਜ ਕਰਕੇ ਲਿਖਣਾ ਹੁੰਦਾ। ਫੋਰ ਐਗਜ਼ਾਮਪਲ ਮੈਂ ਇੱਥੇ ਸ਼ੋਅ ਕਰਦੀ ਹੈਗੀ ਹਾਂ, ਲਾਈਕ ਆਪਣੇ ਕੋਲ ਜਿਹੜਾ ਅੱਜ ਸੋਲਰ ਪੈਨਲ 'ਤੇ ਹੈਗਾ ਗਾ ਵੀ ਇਲੈਕਟ੍ਰੀਸਿਟੀ ਪ੍ਰੋਵਾਈਡ ਕਰਵਾਉਣ ਲਈ, ਹੈ ਨਾ। ਤਾਂ ਆਪਾਂ ਇੱਥੇ ਮੈਂ ਸ਼ੋਅ ਕਰਦੀ ਹਾਂ ਕਿ ਜਿਹੜੇ ਸਟੈਪ ਆਪਣੇ ਕੋਲ 5 ਹੈਗੇ ਆ, ਠੀਕ ਆ। ਤਾਂ 5 ਸਟੈਪ ਵਿੱਚ ਆਪਾਂ ਨੂੰ ਉਹਨੂੰ ਦੱਸਿਆ ਕਿ ਪਹਿਲਾ ਸਟੈਪ ਜਿਹੜਾ ਹੈਗਾ ਗਾ ਸੋਲਰ ਪੈਨਲ ਆ, ਉਹਦੇ ਵਿੱਚ ਕੀ ਆ, ਅਬਜ਼ਰਵ ਐਨਰਜੀ ਫਰੋਮ ਦਾ ਸਨ। ਤਾਂ ਜਿਹੜੀ ਸਨ ਤੋਂ ਐਨਰਜੀ ਅਬਜ਼ਰਵ ਕੀਤੀ ਜਾਂਦੀ ਹੈ ਐਂਡ ਟਰਨ ਇਨਟੂ ਦਾ ਡੀਸੀ ਕਰੰਟ, ਠੀਕ ਆ। ਦੇਖੋ ਜੇ ਹੁਣ ਇਹਨਾਂ ਨੇ ਅਬਜ਼ਰਵ ਯੂਜ਼ ਕਰ ਲਿਆ, ਆਪਾਂ ਨੂੰ ਪਤਾ ਲੱਗ ਗਿਆ ਕਿ ਪਹਿਲਾ ਸਟੈਪ ਆਪਾਂ ਇੱਦਾਂ ਕਰਨਾ ਹੈਗਾ ਵੀ ਸੂਰਜ ਤੋਂ ਰੋਸ਼ਨੀ ਲਈ ਜਾਂਦੀ ਹੈਗੀ ਆ, ਬਾਅਦ ਵਿੱਚ ਉਸ ਰੋਸ਼ਨੀ ਨੂੰ, ਹੈ ਨਾ, ਐਨਰਜੀ ਨੂੰ ਡੀਸੀ ਕਰੰਟ ਦੇ ਵਿੱਚ ਜਿਹੜਾ ਕਿ ਕਨਵਰਟ ਕਰ ਦਿੱਤਾ ਜਾਂਦਾ ਹੈਗਾ ਗਾ। ਤਾਂ ਆਪਾਂ ਜਿਹੜਾ ਇਹਨੂੰ ਡਿਫਰੈਂਟ ਵਕੈਬ ਨਾਲ ਕਰਨਾ ਹੈਗਾ, ਕਿਉਂਕਿ ਸੈਂਟੈਂਸ ਵੇਰੀਏਸ਼ਨ ਦੀ ਇਹਦੇ ਵਿੱਚ ਨਹੀਂ ਕੋਈ ਗੱਲ ਹੁੰਦੀ ਕਿ ਵਕੈਬ ਹੀ ਆਪਾਂ ਕਰਨੀ ਹੁੰਦੀ, ਜਿਹੜਾ ਪ੍ਰੋਸੈਸ ਚਾਰਟ ਹੁੰਦਾ ਵਾ, ਠੀਕ ਆ। ਅਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਫਸਟ ਸਟੈਪ ਆ ਉਹ ਥੋੜ੍ਹਾ ਜਿਹਾ ਵਕੈਬ ਚੇਂਜ ਕਰਾਂਗੇ, ਜਿੱਦਾਂ ਕਿ ਅਬਜ਼ਰਵ ਲਿਖਿਆ ਆਪਾਂ ਅਬਜ਼ਰਵ ਵਰਡ ਚੇਂਜ ਕਰ ਦਾਂਗੇ, ਐਨਰਜੀ ਨੂੰ ਚੇਂਜ ਕਰ ਦਾਂਗੇ, ਹੈ ਨਾ। ਤਾਂ ਆਪਾਂ ਜਿਹੜਾ ਡੀਸੀ ਕਰੰਟ ਇੱਥੇ ਟਰਨ ਲਿਖਿਆ ਵਾ ਆਪਾਂ ਕੋਈ ਕਨਵਰਟ ਕਰ ਦਾਂਗੇ ਜਾਂ ਕੁਛ ਵੀ, ਹੈ ਨਾ, ਇੱਦਾਂ ਦਾ ਥੋੜ੍ਹੇ ਵਰਡ ਚੇਂਜ ਕਰਕੇ ਆਪਾਂ ਜਿਹੜੇ ਲਾਈਨਸ ਨੂੰ ਫੋਰਮ ਕਰਾਂਗੇ। ਤਾਂ ਹੁਣ ਆਪਣੇ ਕੋਲ ਜਿਹੜਾ ਸੈਕਿੰਡ ਹੈਗਾ ਗਾ ਸਟੈਪ ਉਹ ਹੈਗਾ ਅੱਗੇ ਇਨਵਰਟਰ ਦਾ। ਤਾਂ ਉਹਦੇ ਵਿੱਚ ਕੀ ਆ ਕਿ ਡੀਸੀ ਕਰੰਟ ਨੂੰ ਏਸੀ ਵਿੱਚ ਕੀਤਾ ਜਾਂਦਾ ਹੈਗਾ ਗਾ, ਅਤੇ ਫਿਰ ਇਹ ਕੀ ਕਰਦਾ ਵਾ ਇਲੈਕਟ੍ਰੀਸਿਟੀ ਅਤੇ ਪ੍ਰੋਡਕਸ਼ਨ ਦੇ ਕੰਟਰੋਲ ਵੀ ਕਰਦਾ ਗਾ। ਅਤੇ ਜਿਹੜਾ ਥਰਡ ਸਟੈਪ ਆ, ਥਰਡ ਡਿਵਾਈਸ ਕੀ ਕਰਦੀ ਹੈਗੀ ਆ, ਇਲੈਕਟ੍ਰੀਕਲ ਪੈਨਲ ਆ, ਉਹ ਕੀ ਕਰਦਾ ਵਾ ਇੱਕ ਡਿਸਟਰੀਬਿਊਟ ਕਰਦਾ ਇਲੈਕਟ੍ਰੀਸਿਟੀ ਹਾਊਸ ਦੇ ਵਿੱਚ, ਠੀਕ ਆ। ਤਾਂ ਯੂਅਰ ਹੋਮ ਲਿਖਿਆ ਉਹਨਾਂ ਨੇ, ਲਾਈਕ ਜਿੱਥੇ ਆਪਾਂ ਇਹਨੂੰ ਇੰਸਟਾਲ ਕਰਾਂਗੇ ਉਸ ਜਗ੍ਹਾ ਤੇ, ਹੈ ਨਾ। ਤਾਂ ਯੂਟੀਲਿਟੀ ਮੀਟਰ ਹੈਗਾ ਗਾ ਇਹ ਉਦੋਂ ਕਰਦਾ ਵਾ ਜਦੋਂ ਕਿ ਜਿਹੜੀ ਆਪਾਂ ਨੂੰ ਇਲੈਕਟ੍ਰੀਸਿਟੀ ਦੀ ਜ਼ਿਆਦਾ ਪ੍ਰੋਡਿਊਸ ਹੋ ਜਾਏ, ਜਿੰਨੀ ਆਪਾਂ ਯੂਜ਼ ਕਰਨੀ ਹੋਵੇ, ਹੈ ਨਾ। ਤਾਂ ਉਹ ਜਿਹੜੀ ਜ਼ਿਆਦਾ ਪ੍ਰੋਡਿਊਸ ਹੋਈ ਹੁੰਦੀ ਉਹਨੂੰ ਫਿਰ ਬੈਕ ਕਰ ਦਿੰਦਾ ਹੈਗਾ, ਠੀਕ ਆ। ਤਾਂ ਜੇ ਆਪਾਂ ਇਹਦੀ ਗੱਲ ਕਰੀਏ ਯੂਟੀਲਿਟੀ ਗ੍ਰਿਡ ਦੀ, ਜਿਹੜਾ ਫਿਫਥ ਹੈਗਾ ਆਪਣੇ ਕੋਲ, ਤਾਂ ਉਹ ਕੀ ਕਰਦਾ ਵਾ, ਉਹ ਪ੍ਰੋਵਾਈਡ ਇਲੈਕਟ੍ਰੀਸਿਟੀ ਵੈਨ ਯੂ ਐਕਸੀਡ ਦਾ ਅਮਾਊਂਟ ਪ੍ਰੋਡਿਊਸਡ ਬਾਈ ਸੋਲਰ ਪੈਨਲ, ਠੀਕ ਆ। ਤਾਂ ਇਹ ਉਲਟ ਹੈਗਾ ਗਾ, ਦੋਨਾਂ ਦਾ ਕੰਮ ਇਹ ਕੰਟਰਾਸਟ ਵਿੱਚ ਕੰਮ ਕਰਦਾ ਹੈਗਾ। ਦੇਖੋ ਜਿਹੜਾ ਯੂਟੀਲਿਟੀ ਮੀਟਰ ਹੈਗਾ ਗਾ ਉਹ ਕੀ ਕਰਦਾ ਵਾ, ਜਦੋਂ ਜ਼ਿਆਦਾ ਹੋ ਜਾਵੇ ਤਾਂ ਉਹਨੂੰ ਵਾਪਸ ਕਰ ਦਿੰਦਾ ਹੈਗਾ। ਅਤੇ ਜਦੋਂ ਜਿਹੜੀ ਯੂਟੀਲਿਟੀ ਗ੍ਰਿਡ ਹੈਗਾ ਗਾ, ਹੈ ਨਾ, ਉਹ ਜਦੋਂ ਆਪਾਂ ਨੂੰ ਜ਼ਿਆਦਾ ਜ਼ਰੂਰਤ ਹੋਵੇ, ਹੈ ਨਾ, ਵੀ ਪ੍ਰੋਡਿਊਸ ਅਮਾਊਂਟ ਤੋਂ, ਤਾਂ ਉਹ ਜਿਹੜਾ ਆਪਾਂ ਨੂੰ ਜ਼ਿਆਦਾ ਪ੍ਰੋਵਾਈਡ ਕਰਵਾਉਂਦਾ ਹੈਗਾ। ਤਾਂ ਇਹ ਆਪਣੇ ਕੋਲ ਹੈਗਾ। ਸਮਟਾਈਮ ਆਪਾਂ ਨੂੰ ਪ੍ਰੋਸੈਸ ਚਾਰਟ ਦੇ ਵਿੱਚ ਪਿਕਚਰਸ ਸ਼ੋਅ ਕਰ ਦਿੱਤੀਆਂ ਜਾਂਦੀਆਂ, ਹੈ ਨਾ, ਅਤੇ ਪਿਕਚਰ ਦੇ ਥਰੂ ਆਪਾਂ ਸਮਝਣਾ ਹੁੰਦਾ ਗਾ ਵੀ ਇਸ ਸਟੈਪ ਵਿੱਚ ਕੀ ਹੋ ਰਿਹਾ। ਇੱਕ ਮਿੰਟ ਮੈਂ ਸ਼ੋਅ ਕਰਦੀ ਹਾਂ ਤੁਹਾਨੂੰ ਕਿ ਉਹ ਕਿਸ ਤਰ੍ਹਾਂ ਹੁੰਦਾ ਵਾ। ਟਾਈਪ ਸੇਮ ਹੁੰਦੀ ਹੈ, ਸੋਲਵ ਇੱਕੋ ਤਰੀਕੇ ਨਾਲ ਕਰਨਾ ਹੁੰਦਾ ਵਾ। ਦੇਖੋ ਹੁਣ ਆਪਣੇ ਕੋਲ ਲਾਈਕ ਇਹ ਹੈਗਾ, ਤਾਂ ਆਪਣੇ ਵਿੱਚ ਇਹਦੇ ਕੀ ਆ, ਦਾ ਬੁੱਕ ਪਬਲਿਸ਼ਿੰਗ ਦਾ ਪ੍ਰੋਸੈਸ, ਠੀਕ ਆ। ਤਾਂ ਬੁੱਕ ਨੂੰ ਪਬਲਿਸ਼ ਕਰਨ ਦਾ ਪ੍ਰੋਸੈਸ ਹੈਗਾ ਇਹਦੇ ਵਿੱਚ। ਤਾਂ ਪਹਿਲਾਂ ਉਹਨਾਂ ਨੇ ਦੱਸਿਆ ਕਿ ਰਾਈਟਿੰਗ ਹੁੰਦੀ ਆ, ਫਿਰ ਸੈਂਡ ਟੂ ਪਬਲਿਸ਼ਿੰਗ ਹਾਊਸ, ਫਿਰ ਪਬਲਿਸ਼ਿੰਗ ਹਾਊਸ ਨੂੰ ਜਿਹੜਾ ਸੈਂਡ ਕੀਤਾ ਜਾਂਦਾ, ਫਿਰ ਸਟੱਡੀ ਕੀਤਾ ਜਾਂਦਾ ਐਡੀਟਰਸ ਬਾਏ, ਹੈ ਨਾ। ਤਾਂ ਆਪਾਂ ਨੂੰ ਜਿਹੜਾ ਕੱਲਾ ਨਾਲ ਪਿਕਚਰਸ ਦੇ ਕੇ, ਹੈ ਨਾ, ਸਮਝਾਇਆ ਗਿਆ ਵੀ ਇਸ ਪ੍ਰੋਸੈਸ ਦੇ ਵਿੱਚ ਇੱਦਾਂ ਹੁੰਦਾ। ਤਾਂ ਇੱਥੇ ਆਪਾਂ ਨੂੰ ਪਿਕਚਰ ਨਹੀਂ ਦਿੱਤੀਆਂ ਗਈਆਂ ਹੈਗੀਆਂ, ਤਾਂ ਇਹਦੇ ਆਪਣਾ ਜਿਹੜਾ ਲਿਖ ਕੇ ਦੱਸ ਦਿੱਤਾ ਹੈਗਾ ਵੀ ਇਸ ਤਰ੍ਹਾਂ ਇਸ ਸਟੈਪ ਦੇ ਵਿੱਚ ਹੁੰਦਾ ਵਾ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਇੰਟਰੋ ਤੋਂ, ਠੀਕ ਆ। ਤਾਂ ਪਹਿਲਾਂ ਸਟੇਟਮੈਂਟ ਰੀਡ ਕਰ ਲੈਂਦੇ ਹਾਂ। ਤਾਂ ਡਾਇਗਰਾਮ ਬਲੋ ਸ਼ੋ ਹਾਊ ਸੋਲਰ ਪੈਨਲਸ ਕੈਨ ਬੀ ਯੂਜ਼ ਟੂ ਪ੍ਰੋਵਾਈਡ ਇਲੈਕਟ੍ਰੀਸਿਟੀ ਫॉर ਡੋਮੈਸਟਿਕ ਯੂਜ਼। ਤਾਂ ਡੋਮੈਸਟਿਕ ਯੂਜ਼ ਮਤਲਬ ਹਾਊਸ ਵਿੱਚ ਜਿਹੜਾ ਯੂਜ਼ ਕਰਨ ਲਈ ਉਹ ਜਿਹੜੀ ਇਲੈਕਟ੍ਰੀਸਿਟੀ ਪ੍ਰੋਡਿਊਸ ਹੁੰਦੀ ਆ, ਤਾਂ ਉਹਦੀ ਗੱਲ ਹੋ ਰਹੀ ਆ। ਤਾਂ ਆਪਾਂ ਗੱਲ ਕਰਦੇ ਹਾਂ ਇੰਟਰੋ ਦੀ। ਦ ਪ੍ਰੋਵਾਈਡਰ ਡਾਇਗਰਾਮ ਇਲੂਸਟ੍ਰੇਟ ਦਾ ਇਨਫੋਰਮੇਸ਼ਨ, ਠੀਕ ਆ। ਤਾਂ ਇਹ ਤੁਸੀਂ ਹਰ ਇੱਕ ਟਾਸਕ ਦੇ ਵਿੱਚ ਐਡ ਕਰ ਸਕਦੇ ਆ। ਬੇਸਿਕ ਲਾਈਨ ਹੈਗੀ ਆ ਕਿ ਜਿਹੜੀ ਸਾਨੂੰ ਡਾਇਗਰਾਮ ਪ੍ਰੋਵਾਈਡ ਕਰਵਾਈ ਗਈ ਆ ਉਹ ਕੀ ਕਰਦੀ ਆ, ਇਲੂਸਟ੍ਰੇਟ ਕਰਦੀ ਆ ਇਨਫੋਰਮੇਸ਼ਨ। ਤਾਂ ਇਨਫੋਰਮੇਸ਼ਨ ਦਿੰਦੀ ਆ ਕਾਹਦੇ ਬਾਰੇ, ਹਾਊ ਟੂ ਜਨਰੇਟ ਇਲੈਕਟ੍ਰੀਸਿਟੀ। ਤਾਂ ਦੇਖੋ ਆਪਾਂ ਚੇਂਜ ਕਰ ਦਿੱਤਾ, ਤਾਂ ਉੱਥੇ ਉਹਨਾਂ ਨੇ ਆਪਾਂ ਨੂੰ ਕੀ ਆ ਕਿ ਪ੍ਰੋਵਾਈਡ ਇਲੈਕਟ੍ਰੀਸਿਟੀ, ਠੀਕ ਆ। ਤਾਂ ਆਪਾਂ ਕੀ ਕਰ ਦਿੱਤਾ, ਹਾਊ ਟੂ ਜਨਰੇਟ। ਤਾਂ ਉਹਨਾਂ ਨੇ ਲਿਖਿਆ ਕਿ ਹਾਊ ਸੋਲਰ ਪੈਨਲ ਕੈਨ ਬੀ ਯੂਜ਼, ਤਾਂ ਆਪਾਂ ਉਲਟ ਕਰਕੇ ਲਿਖਿਆ ਕਿ ਹਾਊ ਜਨਰੇਟ ਇਲੈਕਟ੍ਰੀਸਿਟੀ ਵਿਦ ਦ ਹੈਲਪ ਆਫ ਸੋਲਰ ਪੈਨਲਸ ਫॉर ਡੋਮੈਸਟਿਕ ਯੂਜ਼, ਠੀਕ ਆ। ਆਪਾਂ ਲਾਈਨ ਦੇਖੋ ਚੇਂਜ ਕਰਕੇ ਲਿਖੀ, ਉੱਥੇ ਉਹਨਾਂ ਨੇ ਕਿਹਾ ਕਿ ਹਾਊ ਜਿਹੜੇ ਸੋਲਰ ਪੈਨਲਸ ਕੈਨ ਬੀ ਯੂਜ਼ ਟੂ ਪ੍ਰੋਡਿਊਸ ਇਲੈਕਟ੍ਰੀਸਿਟੀ। ਤਾਂ ਆਪਾਂ ਇੱਥੇ ਚੇਂਜ ਕਰ ਦਿੱਤਾ ਹੈਗਾ ਹਾਊ ਟੂ ਜਨਰੇਟ ਇਲੈਕਟ੍ਰੀਸਿਟੀ ਵਿਦ ਦ ਹੈਲਪ ਆਫ ਸੋਲਰ ਪੈਨਲ ਫॉर ਡੋਮੈਸਟਿਕ ਯੂਜ਼, ਠੀਕ ਆ। ਤਾਂ ਚੇਂਜ ਕਰਕੇ ਲਿਖਤੀ ਇੰਟਰੋ। ਤਾਂ ਹੁਣ ਆਪਣੇ ਕੋਲ ਕੀ ਹੈ, ਨੈਕਸਟ ਲਾਈਨ ਕੀ ਆ, ਦਿਸ ਪ੍ਰੋਸੈਸ ਹੈਜ਼ 5 ਸਟੈਪਸ, ਠੀਕ ਆ। ਤਾਂ ਇਹ ਤੁਸੀਂ ਜਿਹੜੀ ਕਾਮਨ ਲਾਈਨ ਆ ਪ੍ਰੋਸੈਸ ਚਾਰਟ ਦੇ ਵਿੱਚ ਐਡ ਕਰ ਸਕਦੇ ਆ, ਕਿਉਂਕਿ 5 ਸਟੈਪਸ ਆ ਆਪਣੇ ਕੋਲੇ, ਤਾਂ ਆਪਾਂ ਜਿਹੜਾ 5 ਦੱਸ ਦਿੱਤਾ, ਠੀਕ ਆ।
ਤਾਂ ਹੁਣ ਆਪਾਂ ਗੱਲ ਕਰਦੇ ਹਾਂ ਫਸਟ ਸਟੈਪ ਦੀ। ਤਾਂ ਫਸਟ ਸਟੈਪ ਕੀ ਆਪਣੇ ਕੋਲ ਸੋਲਰ ਪੈਨਲ ਆ। ਤਾਂ 5 ਹੈਗੇ ਆਪਾਂ 3 1 'ਚ ਕਰ ਦਾਂਗੇ ਅਤੇ 2 ਆਪਾਂ ਸੈਕਿੰਡ ਬੀਬੀ ਵਿੱਚ ਕਰ ਦਾਂਗੇ ਹੈ ਨਾ। ਇਸ ਤਰ੍ਹਾਂ ਕਰ ਦਾਂਗੇ ਵੀ ਇੱਕ 'ਚ 2 ਹੋ ਗਏ, ਇੱਕ 'ਚ 3 ਹੋ ਗਏ। ਤਾਂ ਫਸਟ ਵਿੱਚ ਆਪਣੇ ਕੋਲ ਇਹ ਕੀ ਹੈਗਾ ਸੋਲਰ ਪੈਨਲ। ਤਾਂ ਉਹ ਕੀ ਕਰਦਾ ਅਬਜ਼ਰਵ ਦਾ ਐਨਰਜੀ ਫਰੋਮ ਦਾ ਸਨ ਐਂਡ ਟਰਨ ਇਟ ਇਨਟੂ ਡੀਸੀ ਕਰੰਟ। ਤਾਂ ਡੀਸੀ ਕਰੰਟ ਦੇ ਵਿੱਚ ਇਹਨੂੰ ਟਰਨ ਕਰ ਦਿੰਦਾ ਜਿਹੜੀ ਕਿ ਐਨਰਜੀ ਸਨ ਤੋਂ ਲਈ ਗਈ ਹੁੰਦੀ ਹੈ, ਠੀਕ ਆ। ਤਾਂ ਹੁਣ ਆਪਾਂ ਦੱਸਦੇ ਹਾਂ ਕਿ ਲਾਈਨ ਕਿੱਦਾਂ ਫਾਰਮ ਕਰਨੀ ਆ। ਪਹਿਲਾਂ ਤਾਂ ਆਪਾਂ ਇੱਕ ਬੇਸਿਕ ਲਾਈਨ ਲਿਖਦੇ ਹਾਂ BP1 ਲਈ, BP2 ਲਈ, ਇੰਟਰੋ ਲਈ ਹੈ ਨਾ, ਤਾਂ ਓਵਰਆਲ ਲਈ। ਇਹਦੇ ਨਾਲ ਜਿਹੜੀ ਆਪਣੀ ਵਰਡ ਲਿਮਿਟ ਵੀ ਕੰਪਲੀਟ ਹੋ ਜਾਂਦੀ ਆ ਅਤੇ ਐਸੇ ਥੋੜ੍ਹਾ ਜਿਹਾ ਇਫੈਕਟਿਵ ਵੀ ਲੱਗਦਾ ਹੈਗਾ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਆਫਟਰ ਐਨਾਲਾਈਜ਼ਿੰਗ ਇਟ ਇਜ਼ ਕ੍ਰਿਸਟਲ ਕਲੀਅਰ ਫਰੋਮ ਦਾ ਗਿਵਨ ਡਾਇਗਰਾਮ ਕਿ ਐਨਾਲਾਈਜ਼ ਕਰਨ ਤੋਂ ਬਾਅਦ ਇਹ ਪਤਾ ਚੱਲ ਗਿਆ ਹੈਗਾ ਕਿ ਜਿਹੜੀ ਡਾਇਗਰਾਮ ਦਿੱਤੀ ਗਈ ਆ ਦੈਟ ਕੀ ਪਤਾ ਚੱਲਿਆ ਫਸਟ ਆਫ ਆਲ। ਤਾਂ ਜਿਹੜਾ ਫਸਟ ਆਫ ਆਲ ਕੀ ਆ ਤਾਂ ਇੱਕ ਕਨੈਕਟਰ ਹੈਗਾ ਤਾਂ ਉਸ ਤੋਂ ਬਾਅਦ ਆਪਾਂ ਕੀ ਜਿਹੜਾ ਕੋਮਾ ਯੂਜ਼ ਕੀਤਾ। ਸੋਲਰ ਪੈਨਲਸ ਟੇਕ ਐਨਰਜੀ। ਤਾਂ ਦੇਖੋ ਉੱਥੇ ਅਬਜ਼ਰਵ ਲਿਖਿਆ ਤਾਂ ਆਪਾਂ ਟੇਕ ਕਰ ਦਿੱਤਾ ਹੈਗਾ ਟੇਕ ਐਨਰਜੀ ਫਰੋਮ ਦਾ ਹੀਟ ਆਫ ਸਨ। ਤਾਂ ਉੱਥੇ ਉਹਨਾਂ ਨੇ ਸਿੰਪਲੀ ਸਨ ਲਿਖਿਆ ਹੈਗਾ ਕਿ ਸਨ ਤੋਂ ਜਿਹੜਾ ਇਹ ਲੈਂਦਾ ਤਾਂ ਆਪਾਂ ਕੀ ਕਰਦਾ ਹੀਟ ਆਫ ਦਾ ਸਨ, ਠੀਕ ਆ, ਫਰੋਮ ਦਾ ਹੀਟ ਆਫ ਸਨ ਐਂਡ ਦੈਨ ਦਿਸ ਐਨਰਜੀ ਇਜ਼ ਕੰਪਲੀਟਲੀ ਕਨਵਰਟਡ ਇਨਟੂ ਡੀਸੀ ਕਰੰਟ, ਠੀਕ ਆ। ਤਾਂ ਜਿਹੜੇ ਕਿ ਬਾਅਦ ਵਿੱਚ ਕੀ ਹੁੰਦਾ ਵਾ ਆਪਾਂ ਇੱਥੋਂ ਐਂਡ ਪਾ ਕੇ ਲਿਖਤਾ ਦੈਨ ਫਿਰ ਦਿਸ ਐਨਰਜੀ ਜਿਹੜੀ ਕਿ ਇਹ ਐਨਰਜੀ ਹੈਗੀ ਉਹ ਕੰਪਲੀਟਲੀ ਕਨਵਰਟ ਹੋ ਜਾਂਦੀ ਹੈਗੀ ਹੈ, ਠੀਕ ਆ। ਤਾਂ ਆਪਾਂ ਲਿਖਤਾ ਕਿ ਕੰਪਲੀਟਲੀ ਕਨਵਰਟਡ ਇਨਟੂ ਦ ਡੀਸੀ ਕਰੰਟ। ਤਾਂ ਉੱਥੇ ਆਪਾਂ ਨੂੰ ਦੱਸਿਆ ਕਿ ਉਹ ਜਦੋਂ ਜਿਹੜੀ ਐਨਰਜੀ ਹੁੰਦੀ ਉਹਨੂੰ ਬਾਅਦ ਚੋਂ ਡੀਸੀ ਕਰੰਟ ਦੇ ਵਿੱਚ ਕਨਵਰਟ ਕੀਤਾ ਜਾਂਦਾ, ਠੀਕ ਆ। ਤਾਂ ਇਹ ਕੀ ਆਪਣਾ ਹੋ ਗਿਆ ਫਸਟ ਸਟੈਪ, ਠੀਕ ਆ, ਸੋਲਰ ਪੈਨਲ। ਤਾਂ ਸੈਕਿੰਡ ਆਪਣੇ ਕੋਲ ਕੀ ਹੈਗਾ ਗਾ ਸੈਕਿੰਡ ਹੈਗਾ ਇਨਵਰਟਰ। ਤਾਂ ਇਹ ਕੀ ਕਰਦਾ ਕਨਵਰਟਸ ਡੀਸੀ ਕਰੰਟ। ਜਿਹੜਾ ਡੀਸੀ ਕਰੰਟ ਹੁਣ ਪਹਿਲੇ ਵਿੱਚ ਬਣ ਚੁੱਕਿਆ ਹੈ ਨਾ ਪਹਿਲੇ ਸਟੈਪ ਵਿੱਚ, ਤਾਂ ਉਹ ਕੀ ਹੁੰਦਾ ਏਸੀ ਕਰੰਟ ਵਿੱਚ ਜਿਹੜਾ ਕਨਵਰਟ ਕਰ ਦਿੱਤਾ ਜਾਂਦਾ ਅਤੇ ਹੋਰ ਕੀ ਨਾਲ ਹੁੰਦਾ ਐਂਡ ਕੰਟਰੋਲਸ ਦਾ ਇਲੈਕਟ੍ਰਿਸਿਟੀ ਐਂਡ ਪ੍ਰੋਡਕਸ਼ਨ। ਤਾਂ ਇਹ ਜਿਹੜਾ ਇਨਵਰਟਰ ਉਹ ਕੰਟਰੋਲ ਕਰਦਾ ਇਲੈਕਟ੍ਰਿਸਿਟੀ ਨੂੰ ਅਤੇ ਪ੍ਰੋਡਕਸ਼ਨ ਨੂੰ, ਠੀਕ ਆ। ਤਾਂ ਹੁਣ ਆਪਾਂ ਵੇਖਦੇ ਹਾਂ ਲਾਈਨ ਕਿੱਦਾਂ ਫਾਰਮ ਕਰਨੀ ਆ। ਤਾਂ ਆਪਣੀ ਜਿਹੜੇ ਇੱਥੋਂ ਤੱਕ ਫਸਟ ਸਟੈਪ ਹੋ ਗਿਆ ਸੀਗਾ ਕਨਵਰਟਡ ਇਨਟੂ ਦਾ ਡੀਸੀ ਕਰੰਟ, ਠੀਕ ਆ। ਤਾਂ ਹੁਣ ਆਪਾਂ ਇੱਕ ਲਾਈਨ ਲਿਖੀ ਆ ਇਨ ਦਾ ਸੈਕਿੰਡ ਸਟੇਜ ਆਫ ਦਿਸ ਪ੍ਰੋਸੈਸ ਕਿ ਆਪਾਂ ਜਿਹੜੀ ਸੈਕਿੰਡ ਸਟੇਜ 'ਤੇ ਚੱਲੇ ਹੈਗੇ ਆ, ਠੀਕ ਆ। ਡੀਸੀ ਕਰੰਟ ਚੇਂਜਡ ਇਨਟੂ ਦੇਖੋ ਫਸਟਲੀ ਆਪਾਂ ਕਨਵਰਟਡ ਯੂਜ਼ ਕੀਤਾ ਸੀ ਤਾਂ ਆਪਾਂ ਹੁਣ ਕਨਵਰਟਰ ਨੂੰ ਅਵੋਇਡ ਕੀਤਾ ਤਾਂ ਆਪਾਂ ਕੀ ਲਿਖਤਾ ਚੇਂਜਡ ਇਨਟੂ ਏਸੀ ਕਰੰਟ ਬਾਏ ਕਾਹਦੇ ਇਨਵਰਟਰ ਦੇ। ਤਾਂ ਇਨਵਰਟਰ ਦੇ ਬਾਏ ਹੋਇਆ ਵਾ ਤਾਂ ਇਸ ਲਈ ਆਪਾਂ ਕੀ ਲਿਖਤਾ ਬਾਏ ਇਨਵਰਟਰ। ਤਾਂ ਜਿਹੜਾ ਡੀਸੀ ਕਰੰਟ ਉਹ ਚੇਂਜ ਕਰ ਦਿੱਤਾ ਜਾਂਦਾ ਕਾਹਦੇ ਵਿੱਚ ਏਸੀ ਕਰੰਟ ਦੇ ਵਿੱਚ ਕਾਹਦੇ ਦੁਆਰਾ ਇਨਵਰਟਰ ਡਿਵਾਈਸ ਦੇ ਦੁਆਰਾ, ਠੀਕ ਆ। ਅਤੇ ਐਂਡ ਇਟ ਆਲਸੋ ਤਾਂ ਜਿਹੜਾ ਇਨਵਰਟਰ ਕੀ ਕਰਦਾ ਹੋਰ ਵੀ ਇੱਕ ਕੰਮ ਕਰਦਾ ਹੈਗਾ ਗਾ ਉੱਥੇ ਆਪਾਂ ਨੇ ਦੱਸਿਆ ਸੀਗਾ ਕਿ ਕੰਟਰੋਲ ਕਰਦਾ ਇਲੈਕਟ੍ਰਿਸਿਟੀ ਅਤੇ ਪ੍ਰੋਡਕਸ਼ਨ, ਠੀਕ ਆ। ਤਾਂ ਆਪਾਂ ਉਹਨੂੰ ਦੇਖੋ ਲਾਈਨ ਨੂੰ ਕਿੱਦਾਂ ਫਾਰਮ ਕੀਤਾ ਇਟ ਆਲਸੋ ਕੰਟਰੋਲਸ ਬੋਥ। ਤਾਂ ਆਪਾਂ ਜਿਹੜਾ ਬੋਥ ਯੂਜ਼ ਕੀਤਾ ਇਲੈਕਟ੍ਰਿਸਿਟੀ ਕਿਉਂਕਿ ਦੋ ਚੀਜ਼ਾਂ ਇਲੈਕਟ੍ਰਿਸਿਟੀ ਅਤੇ ਪ੍ਰੋਡਕਸ਼ਨ, ਠੀਕ ਆ, ਐਜ਼ ਵੈਲ ਐਜ਼ ਪ੍ਰੋਡਕਸ਼ਨ। ਤਾਂ ਠੀਕ ਆ ਆਪਾਂ ਥੋੜ੍ਹੀ ਜਿਹੀ ਵੇਰੀਏਸ਼ਨ ਲਿਆਉਣ ਦੇ ਲਈ ਬੋਥ ਐਂਡ ਐਜ਼ ਵੈਲ ਐਜ਼ ਯੂਜ਼ ਕਰ ਲਿਆ, ਠੀਕ ਆ। ਤਾਂ ਇਸ ਤਰ੍ਹਾਂ ਜਿਹੜਾ ਆਪਣੀ ਸੈਕਿੰਡ ਸਟੇਜ ਕੰਪਲੀਟ ਹੋ ਗਈ ਕਿ ਇਹ ਜਿਹੜਾ ਕੰਟਰੋਲ ਕਰਦਾ ਇਲੈਕਟ੍ਰਿਸਿਟੀ ਨੂੰ ਅਤੇ ਪ੍ਰੋਡਕਸ਼ਨ ਨੂੰ। ਤਾਂ ਦੇਖੋ ਦੋਨੋਂ ਸਟੈਪਸ ਆਪਾਂ ਜਿਹੜਾ ਚੰਗੀ ਤਰ੍ਹਾਂ ਵਕੈਬ ਐਡ ਕਰਕੇ ਲਿਖ ਦਿੱਤੇ ਹੈਗੇ ਆ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਆ ਥਰਡ ਸਟੈਪ ਦੀ। ਤਾਂ ਥਰਡ ਸਟੈਪ ਆਪਣੇ ਕੋਲ ਕੀ ਆ ਇਲੈਕਟ੍ਰੀਕਲ ਪੈਨਲ ਡਿਵਾਈਸ ਹੈਗੀ ਹੈ, ਠੀਕ ਆ। ਇਹ ਕੀ ਕਰਦੀ ਹੈਗੀ ਹੈ ਦਿਸ ਡਿਸਟਰੀਬਿਊਟ ਦਾ ਇਲੈਕਟ੍ਰਿਸਿਟੀ ਟੂ ਯੂਅਰ ਹੋਮ। ਤਾਂ ਉਹ ਕੀ ਕਹਿੰਦੇ ਆ ਕਿ ਇਹ ਡਿਸਟਰੀਬਿਊਟ ਕਰਦੀ ਹੈਗੀ ਇਲੈਕਟ੍ਰਿਸਿਟੀ ਕਿਹਨੂੰ ਹੋਮ ਨੂੰ, ਠੀਕ ਆ, ਯੂਅਰ ਹੋਮ। ਤਾਂ ਹੁਣ ਆਪਾਂ ਦੇਖਦੇ ਇਹ ਲਾਈਨ ਆਪਾਂ ਕਿੱਦਾਂ ਜਿਹੜੀ ਫਾਰਮ ਕੀਤੀ ਆ ਇਹ ਆਪਣੇ ਸੈਕਿੰਡ BP 'ਚ ਬਣ ਗਈ ਆ। ਪਹਿਲਾਂ ਇੱਕ ਬੇਸਿਕ ਲਾਈਨ ਆਪਾਂ ਲਿਖਦੇ ਹਾਂ ਕਿਉਂਕਿ BP ਸੈਕਿੰਡ ਸਟਾਰਟ ਹੋਇਆ ਆਪਣੇ ਕੋਲ ਕੀ ਲਿਖਿਆ ਲੁਕਿੰਗ ਦਾ ਅਦਰ ਸਟੈਪਸ ਆਫ ਸੋਲਰ ਪੈਨਲ। ਤਾਂ ਪੈਨਲ ਦੇ ਜਿਹੜੇ ਹੋਰ ਸਟੈਪਸ ਆ ਉਹਨਾਂ ਨੂੰ ਦੇਖੀਏ। ਦ ਵਰਕ ਆਫ ਇਲੈਕਟ੍ਰੀਕਲ ਪੈਨਲ। ਤਾਂ ਦੇਖੋ ਇਲੈਕਟ੍ਰੀਕਲ ਪੈਨਲ ਉਹਨਾਂ ਨੇ ਕੀ ਕਿਹਾ ਸੀਗਾ ਆਪਾਂ ਨੂੰ ਕਿ ਜਿਹੜਾ ਇਲੈਕਟ੍ਰੀਕਲ ਪੈਨਲ ਆ ਡਿਸਟਰੀਬਿਊਟ ਕਰਦਾ ਇਲੈਕਟ੍ਰਿਸਿਟੀ। ਤਾਂ ਆਪਾਂ ਕੀ ਕਿਹਾ ਕਿ ਜਿਹੜਾ ਆਪਣੇ ਕੋਲੇ ਕੀ ਹੈਗਾ ਗਾ ਇਲੈਕਟ੍ਰੀਕਲ ਪੈਨਲ ਆ ਉਹਦਾ ਕੰਮ ਹੈਗਾ ਗਾ, ਠੀਕ ਆ। ਤਾਂ ਕੀ ਕੰਮ ਹੈਗਾ ਦ ਵਰਕ ਆਫ ਇਲੈਕਟ੍ਰੀਕਲ ਪੈਨਲ ਇਜ਼ ਡਿਸਟਰੀਬਿਊਟ ਦ ਇਲੈਕਟ੍ਰਿਸਿਟੀ ਟੂ ਹੋਮ, ਠੀਕ ਆ। ਇੰਨੀ ਲਾਈਨ ਆਪਾਂ ਨੂੰ ਉੱਥੋਂ ਮਿਲ ਗਈ ਸੀਗੀ ਇਲੈਕਟ੍ਰਿਸਿਟੀ ਟੂ ਹੋਮ। ਤਾਂ ਆਪਾਂ ਜਸਟ ਇਹ ਐਡ ਕੀਤਾ ਦ ਵਰਕ ਆਫ ਇਲੈਕਟ੍ਰੀਕਲ। ਤਾਂ ਉਹਦਾ ਕੰਮ ਹੈਗਾ ਇਲੈਕਟ੍ਰੀਕਲ ਪੈਨਲ ਦਾ ਕਿ ਉਹ ਇਲੈਕਟ੍ਰਿਸਿਟੀ ਡਿਸਟਰੀਬਿਊਟ ਕਰਦਾ ਹੋਮ। ਅਤੇ ਅੱਗੇ ਆਪਾਂ ਲਾਈਨ ਇੱਕ ਐਡ ਕੀਤੀ ਆ ਵੇਅਰ ਸੋਲਰ ਪੈਨਲ ਇਜ਼ ਇੰਸਟਾਲਡ। ਤਾਂ ਉੱਥੇ ਉਹਨਾਂ ਨੇ ਕੀ ਕਿਹਾ ਸੀਗਾ ਕਿ ਯੂਅਰ ਹੋਮ ਵੀ ਤੁਹਾਡੇ ਹੋਮ ਨੂੰ ਇਹ ਮਤਲਬ ਕਿ ਇਲੈਕਟ੍ਰਿਸਿਟੀ ਡਿਸਟਰੀਬਿਊਟ ਕਰੂਗਾ। ਅਤੇ ਬਟ ਆਪਾਂ ਕੀ ਲਿਖਤਾ ਵੇਅਰ ਸੋਲਰ ਪੈਨਲ ਇਜ਼ ਇੰਸਟਾਲਡ। ਤਾਂ ਜਿੱਥੇ ਜਿਹੜਾ ਸੋਲਰ ਪੈਨਲ ਇੰਸਟਾਲ ਕੀਤਾ ਗਿਆ ਹੋਊਗਾ ਤਾਂ ਉਸ ਹੋਮ ਨੂੰ ਇਲੈਕਟ੍ਰਿਸਿਟੀ ਤਾਂ ਅਫਕੋਰਸ ਜਦੋਂ ਨਾ ਜਿੱਥੇ ਹੋਊਗਾ ਤਾਂ ਉਸ ਘਰ ਨੂੰ ਹੀ ਮਿਲੂਗੀ ਨਾ। ਤਾਂ ਆਪਾਂ ਇਹ ਲਿਖਤਾ ਕਿ ਜਿੱਥੇ ਇੰਸਟਾਲ ਕੀਤਾ ਗਿਆ ਹੈਗਾ ਗਾ ਉੱਥੇ ਇਲੈਕਟ੍ਰਿਸਿਟੀ ਦਊਗਾ, ਠੀਕ ਆ। ਤਾਂ ਅੱਗੇ ਆਪਣੇ ਕੋਲ ਜਿਹੜਾ ਨੈਕਸਟ ਸਟੈਪ ਹੈਗਾ ਗਾ ਉਹ ਦੇਖਦੇ ਹਾਂ ਆਪਾਂ। ਤਾਂ ਦੇਖੋ ਜਿਹੜੇ ਆਪਣੇ ਕੋਲ 4th ਐਂਡ 5th ਸਟੈਪ ਆ ਉਹਨਾਂ ਦਾ ਕਿ ਇੱਕ ਦੂਜੇ ਤੋਂ ਜਿਹੜਾ
ਕੌਂਟਰਾਡਿਕਟ ਕੰਮ ਹੈਗਾ ਗਾ। ਕਿਹੜਾ ਜਿਹੜਾ ਯੂਟਿਲਿਟੀ ਮੀਟਰ ਹੈਗਾ ਗਾ ਉਹ ਉਦੋਂ ਕੰਮ ਜਦੋਂ ਕਿ ਜ਼ਿਆਦਾ ਜਿਹੜੀ ਇਲੈਕਟ੍ਰਿਸਿਟੀ ਹੈ ਨਾ, ਐਨੀ ਐਕਸੈਸ ਸੋਲਰ ਇਲੈਕਟ੍ਰਿਸਿਟੀ ਵਿਲ ਫੋਲੋ ਬੈਕ ਟੂ ਦਾ ਗ੍ਰਿਡ ਥਰੂ ਦਾ ਮੀਟਰ, ਠੀਕ ਆ। ਤਾਂ ਜਿਹੜੀ ਹੈਗੀ ਇਲੈਕਟ੍ਰਿਸਿਟੀ ਉਹ ਜਦੋਂ ਨਾ ਜ਼ਿਆਦਾ ਹੋ ਜਾਂਦੀ ਹੈਗੀ ਆ ਪ੍ਰੋਡਿਊਸ, ਤਾਂ ਉਹ ਕੀ ਕਰਦਾ, ਮਤਲਬ ਕਿ ਫਲੋ ਬੈਕ ਕਰ ਦਿੰਦਾ ਹੈਗਾ ਗਾ ਕਾਰੇ ਗ੍ਰਿਡ ਥਰੂ ਦਾ ਮੀਟਰ, ਤੇ ਗ੍ਰਿਡ ਨੂੰ ਬੈਕ ਕਰ ਦਿੰਦਾ ਹੈਗਾ ਗਾ ਕਾਹਦੇ ਦੁਆਰਾ, ਮੀਟਰ ਦੇ ਦੁਆਰਾ, ਠੀਕ ਆ। ਤੇ ਜਿਹੜਾ ਯੂਟੀਲਾਈਜ਼ ਗ੍ਰਿਡ ਹੈਗਾ ਗਾ ਉਹ ਉਦੋਂ ਦਿੰਦਾ ਹੈਗਾ ਗਾ ਇਲੈਕਟ੍ਰਿਸਿਟੀ ਜਦੋਂ ਕਿ ਜ਼ਿਆਦਾ ਜ਼ਰੂਰਤ ਹੋਵੇ, ਜਿੰਨੀ ਅਮਾਊਂਟ ਬਣ ਗਈ ਉਸ ਤੋਂ ਜ਼ਿਆਦਾ, ਠੀਕ ਆ। ਦੇਖੋ ਯੂਟੀਲਾਈਜ਼ ਗ੍ਰਿਡ ਵਿੱਚ ਆਪਾਂ ਨੂੰ ਕੀ ਲਾਈਨ ਦਿੱਤੀ ਉਹਨਾਂ ਨੇ ਕਿ ਪ੍ਰੋਵਾਈਡ ਇਲੈਕਟ੍ਰਿਸਿਟੀ ਵੈਨ ਯੂ ਐਕਸੀਡ ਦਾ ਅਮਾਊਂਟ ਪ੍ਰੋਡਿਊਸਡ ਬਾਈ ਯੋਰ ਸੋਲਰ ਪੈਨਲ। ਤਾਂ ਦੇਖੋ ਇਸ ਲਾਈਨ ਨੂੰ ਆਪਾਂ ਕੰਪਲੀਟਲੀ ਡਿਫਰੈਂਟ ਤਰੀਕੇ ਨਾਲ ਲਿਖਾਂਗੇ। ਤਾਂ ਹੁਣ ਮੈਂ ਤੁਹਾਨੂੰ ਸ਼ੋਅ ਕਰਦੀ ਹਾਂ ਕਿ ਕਿੱਦਾਂ ਲਿਖਣਾ ਆਪਾਂ। ਦੇਖੋ ਇੱਥੋਂ ਤੱਕ ਹੋ ਗਿਆ ਸੀ ਆਪਣਾ ਪੈਨਲ ਇਜ਼ ਇੰਸਟਾਲਡ, ਐਕਸਟਰਾ ਇਲੈਕਟ੍ਰਿਸਿਟੀ ਵਿਲ ਫੋਲੋ ਬੈਕ ਟੂ ਦਾ ਗ੍ਰਿਡ, ਠੀਕ ਆ। ਤਾਂ ਜਿਹੜੀ ਐਕਸਟਰਾ ਇਲੈਕਟ੍ਰਿਸਿਟੀ ਆ ਤਾਂ ਉੱਥੇ ਐਕਸੈਸ ਆਫ ਸੀਗਾ ਆਪਣੇ ਕੋਲੇ, ਠੀਕ ਆ, ਤਾਂ ਆਪਾਂ ਇੱਥੇ ਐਕਸਟਰਾ ਕਰ ਦਿੱਤਾ। ਤਾਂ ਜਿਹੜੀ ਇਲੈਕਟ੍ਰਿਸਿਟੀ ਆ ਉਹ ਕਿਉਂ ਕਰਦੀ ਆ, ਫੋਲੋ ਮਤਲਬ ਹੋ ਜਾਂਦੀ ਹੈਗੀ ਆ, ਠੀਕ ਆ, ਦ ਗ੍ਰਿਡ ਬਾਏ ਦਾ ਯੂਟਿਲਿਟੀ ਮੀਟਰ, ਤਾਂ ਬਾਏ ਕਾਹਦੇ, ਮੀਟਰ ਦੇ ਦੁਆਰਾ, ਠੀਕ ਹੈ। ਯੂਟਿਲਿਟੀ ਮੀਟਰ ਜਿਹੜਾ ਹੈਗਾ ਉਹ ਕਿਹਨੂੰ ਵਾਪਸ ਕਰਦੇ, ਹਾਊ ਐਵਰ ਆਪਾਂ ਉਦੋਂ ਕੀਤਾ ਕਿਉਂਕਿ ਦੋਨਾਂ ਦਾ ਉਲਟ ਹੈਗਾ ਗਾ, ਠੀਕ ਆ, ਉਹ ਤੋਂ ਉਹਦਾ ਦੂਸਰੇ ਦਾ ਕੰਮ ਚੇਂਜ ਹੈਗਾ ਗਾ। ਤਾਂ ਆਪਾਂ ਕੀ ਹਾਊ ਐਵਰ ਕਨੈਕਟਰ ਯੂਜ਼ ਕੀਤਾ ਤਾਂ ਕੌਮਾ ਯੂਜ਼ ਕੀਤਾ। ਤਾਂ ਉਸ ਤੋਂ ਬਾਅਦ ਕੀ ਆਪਾਂ ਕਰਨਾ ਹੈਗਾ ਗਾ, ਯੂਟਿਲਿਟੀ ਗ੍ਰਿਡ ਪ੍ਰੋਵਾਈਡ ਇਲੈਕਟ੍ਰਿਸਿਟੀ, ਤਾਂ ਜਿਹੜਾ ਯੂਟਿਲਿਟੀ ਹੈਗਾ ਗ੍ਰਿਡ ਉਹ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਾਉਂਦਾ ਵਾ ਵੈਨ, ਹੁਣ ਦੇਖੋ ਲਾਈਨ ਆਪਾਂ ਕਿੰਨੀ ਬਿਲਕੁਲ ਚੇਂਜ ਕਰ ਦਿੱਤੀ, ਵੈਨ ਦਾ ਨੀਡ ਆਫ ਇਲੈਕਟ੍ਰਿਸਿਟੀ ਇਜ਼ ਮੱਚ, ਜਦੋਂ ਕਿ ਜਿਹੜੀ ਨੀਡ ਹੋਵੇ ਉਹ ਜ਼ਿਆਦਾ ਹੋਵੇ, ਐਜ਼ ਕੰਪੇਅਰ ਟੂ ਪ੍ਰੋਡਿਊਸਡ ਅਮਾਊਂਟ, ਵੀ ਜਿੰਨੀ ਪ੍ਰੋਡਿਊਸ ਹੋਈ ਹੈਗੀ ਆ ਉਸ ਤੋਂ ਜ਼ਿਆਦਾ ਜ਼ਰੂਰਤ ਹੋਵੇ ਤਾਂ ਉਦੋਂ ਇਹ ਕੰਮ ਕਰਦਾ ਹੈਗਾ, ਠੀਕ ਆ। ਤਾਂ ਇਸ ਤਰ੍ਹਾਂ ਆਪਾਂ ਜਿਹੜੇ 5 ਸਟੈਪਸ ਹੈਗੇ ਆ ਉਹ ਕੰਪਲੀਟ ਕਰ ਦਿੱਤੇ ਹੈਗੇ ਆ, ਠੀਕ ਆ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਓਵਰਆਲ ਦੀ। ਓਵਰਆਲ ਲਿਖਣ ਲਈ ਹਰ ਇੱਕ ਬੱਚੇ ਦਾ ਇੱਕ ਡਿਫਰੈਂਟ ਹੈਗਾ। ਕਈ ਬੱਚੇ ਇਸ ਤਰ੍ਹਾਂ ਵੀ ਲਿਖਦੇ ਹੈਗੇ ਆ ਨਾ ਵੀ ਜੇ ਕੋਈ ਇੱਕ ਮਤਲਬ ਕਿ ਲਾਈਕ ਆਪਾਂ ਲਿਖਤਾ ਕਿ 5 ਸਟੈਪਸ ਹੈਗੇ, ਜੇ ਕਿ ਇੱਕ ਮਿਸ ਹੋਇਆ ਤਾਂ ਜਿਹੜਾ ਹੋਲ ਪ੍ਰੋਸੈਸ ਹੈਗਾ ਗਾ ਉਹ ਜਿਹੜਾ ਡਿਸਟਰਬ ਹੋ ਸਕਦਾ ਹੈਗਾ, ਹੈ ਨਾ। ਤਾਂ ਤੁਸੀਂ ਕੁਛ ਵੀ ਤਰੀਕੇ ਨਾਲ ਲਿਖ ਸਕਦੇ ਆ, ਜਿਹੜੇ ਮਰਜ਼ੀ ਤਰੀਕੇ ਨਾਲ। ਤੇ ਇੱਕ ਸਿੰਪਲੀ ਮੈਂ ਤੁਹਾਨੂੰ ਜਿਹੜਾ ਸੈਂਪਲ ਆਂਸਰ ਸ਼ੋਅ ਕਰਦੀ ਹਾਂ, ਤੁਸੀਂ ਦੇਖ ਸਕਦੇ ਆ। ਓਵਰਆਲ ਇਟ ਇਜ਼ ਕਲੀਅਰਲੀ ਸੀਨ ਫਰੋਮ ਦਾ ਗਿਵਨ ਡਾਇਗਰਾਮ, ਠੀਕ ਆ। ਤਾਂ ਓਵਰਆਲ ਇੱਕ ਬੇਸਿਕ ਲਾਈਨ ਲਿਖੀ ਹੈਗੀ ਆ ਦੈਟ, ਤਾਂ ਹੁਣ ਕੀ ਹੋ ਗਿਆ, ਦਿਸ ਪ੍ਰੋਸੈਸ ਟੇਕਸ 5 ਸਟੈਪਸ, ਤਾਂ ਜਿਹੜੇ 5 ਸਟੈਪ ਉਹਨੇ ਲਏ ਹੈਗੇ ਆ। ਇਨ ਆਰਡਰ ਟੂ ਇੱਕ ਸੈਂਟੈਂਸ ਜਿਹੜੀ ਟਾਈਪ ਹੈਗੀ ਆ ਤਾਂ ਤੁਸੀਂ ਇਹਨੂੰ ਐਡ ਕਰ ਸਕਦੇ ਹੋ, ਸੈਂਟੈਂਸ ਵੇਰੀਏਸ਼ਨ ਐਡ ਹੋ ਗਈ ਆਪਣੀ, ਹੈ ਨਾ। ਟੇਕਸ 5 ਸਟੈਪਸ ਇਨ ਆਰਡਰ ਟੂ ਪ੍ਰੋਡਿਊਸ ਇਨਫ ਇਲੈਕਟ੍ਰਿਸਿਟੀ ਫॉर ਹਾਊਸਿਸ, ਠੀਕ ਆ। ਤਾਂ ਜਿਹੜੀ ਕਿ ਇਨ ਆਰਡਰ ਟੂ ਕਾਹਦੇ ਵਿੱਚ, ਜੇ ਇਨਫ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਵਾਉਣ ਲਈ ਹਾਊਸਿਸ ਨੂੰ, ਇਹ ਜਿਹੜਾ 5 ਸਟੈਪਸ ਲੈਂਦਾ ਵਾ, ਠੀਕ ਆ, ਇਹ ਪ੍ਰੋਸੈਸ। ਤਾਂ ਦੇਖੋ ਜਿਹੜੇ ਪ੍ਰੋਸੈਸ ਸਟਾਰਟ ਹੁੰਦਾ ਆਪਣੇ ਕੋਲੇ, ਬਾਕੀ ਜਿਹੜੇ ਚਾਰਟ ਹੁੰਦੇ ਉਹਨਾਂ ਵਿੱਚ ਆਪਾਂ ਸੈਂਟੈਂਸ ਵੇਰੀਏਸ਼ਨ ਜਿਹੜੀ ਮੇਨ ਹੁੰਦੀ ਹੈ, ਜਿਹੜਾ ਪ੍ਰੋਸੈਸ ਚਾਰਟ ਹੁੰਦਾ ਉਹਦੇ ਵਿੱਚ ਵੋਕੈਬ ਜ਼ਿਆਦਾ ਆਪਣੀ ਮੇਨ ਹੁੰਦੀ ਆ। ਨੋ ਡਾਊਟ ਆਪਾਂ ਸੈਂਟੈਂਸ ਵੇਰੀਏਸ਼ਨ ਐਡ ਕਰਦੇ ਹਾਂ। ਦੇਖੋ ਲਾਈਕ ਹੁਣ ਆਪਾਂ ਇੱਥੇ ਇਨ ਆਰਡਰ ਟੂ ਕੀਤਾ ਹੈਗਾ, ਤਾਂ 5th ਸਟੈਪ ਵਿੱਚ ਆਪਾਂ ਕੀ ਲਿਖਿਆ ਸੀਗਾ, ਐਜ਼ ਕੰਪੇਅਰ ਟੂ, ਠੀਕ ਆ। ਤਾਂ ਆਪਾਂ ਵੋਕੈਬ ਵੀ ਐਡ ਕਰਦੇ ਰਹੇ, ਕਨੈਕਟਰਸ ਵੀ ਐਡ ਕਰਦੇ ਰਹੇ। ਤਾਂ ਇਸ ਤਰੀਕੇ ਨਾਲ ਆਪਾਂ ਜਿਹੜੇ ਸੈਂਟੈਂਸ ਵੇਰੀਏਸ਼ਨ ਐਡ ਕਰਨੀਆਂ ਹੈ, ਇਹ ਨਹੀਂ ਕਿ ਆਪਾਂ ਬਿਲਕੁਲ ਸਿੰਪਲ ਲਿਖਣਾ। ਤਾਂ ਬਟ ਜਿਹੜੀ ਵੋਕੈਬ ਵੱਲ ਆਪਾਂ ਜ਼ਿਆਦਾ ਧਿਆਨ ਦੇਣਾ ਕਿ ਜਿਹੜਾ ਵਰਡ ਤੁਸੀਂ ਕੋਸ਼ਿਸ਼ ਕਰੋ, ਜਿਹੜਾ ਵਰਡ ਆਪਾਂ ਨੂੰ ਪਿਕਚਰ ਜਾਂ ਹੈ ਨਾ ਨੀਚੇ ਦੇ ਦਿੱਤਾ ਹੈਗਾ ਸਟੈਪਸ ਦੇ ਵਿੱਚ, ਤਾਂ ਉਹਨੂੰ ਤੁਸੀਂ ਜੇ ਚੇਂਜ ਕਰ ਸਕਦੇ ਹੋ ਤਾਂ ਚੇਂਜ ਕਰਕੇ ਲਿਖੋ, ਠੀਕ ਆ। ਤਾਂ ਇਹਦੇ ਨਾਲ ਜਿਹੜੀ ਆਪਣੇ ਵੋਕੈਬ ਦਾ ਪਾਰਟ ਕਵਰ ਹੁੰਦਾ ਵਾ। ਤਾਂ ਅੱਜ ਆਪਣੇ ਕੋਲ ਜਿਹੜਾ ਸੀਗਾ ਪ੍ਰੋਸੈਸ ਚਾਰਟ ਉਹ ਆਪਾਂ ਇਸ ਤਰੀਕੇ ਨਾਲ ਸੋਲਵ ਕਰਨਾ ਹੈਗਾ। ਆਈ ਹੋਪ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਊਗੀ। ਥੈਂਕਸ ਫॉर ਵਾਚਿੰਗ।